Hello everyone, I'm your Sandeep ma'am from Desmart Smart School Moga. Today we'll teach you accounting terminology. This topic is very important क्योंकि इस टॉपिक ਦੇ ਵਿੱਚ ਜੋ ਟਰਮਸ ਯੂਜ਼ ਹੋਈਆਂ ਵਾ ਚਾਹੇ ਤੁਸੀਂ +1 ਕਲਾਸ ਦੇ ਵਿੱਚ ਅਕਾਊਂਟਸ ਕਰ ਰਹੇ ਹੋ ਚਾਹੇ ਤੁਸੀਂ 12th ਦੇ ਵਿੱਚ ਕਰ ਰਹੇ ਹੋ ਕੋਈ ਡਿਗਰੀ ਕਰ ਰਿਹਾ ਵਾ ਕੋਈ ਜੌਬ ਦੇ ਵਿੱਚ ਹੈਗਾ ਵਾ ਤੇ ਇਸ ਕਾਮਰਸ ਲਾਈਨ ਦੇ ਵਿੱਚ ਇਹ ਟਰਮਸ ਜਿਹੜੀਆਂ ਵਾ ਯੂਜ਼ ਹੁੰਦੀਆਂ ਰਹਿਣਗੀਆਂ। ਸੋ ਇਸ ਕਰਕੇ ਇਸ ਵੀਡੀਓ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰੇ ਧਿਆਨ ਨਾਲ ਦੇਖਣਾ ਸਮਝਣਾ ਵਾ। ਜੇਕਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ। Let us start accounting terminology. The first, proprietor or owner. ਹੁਣ ਇੱਥੇ ਕੁਐਸਚਨ ਇਹ ਰਾਈਜ਼ ਹੁੰਦਾ ਵਾ ਕਿ ਪ੍ਰੋਪਰਾਈਟਰ ਔਰ ਓਨਰ ਕਿਹਨੂੰ ਕਹਿੰਦੇ ਆ। ਜਦੋਂ ਇੱਕ ਪਰਸਨ ਨੇ ਬਿਜ਼ਨਸ ਸਟਾਰਟ ਕੀਤਾ ਠੀਕ ਹੈ ਤਾਂ ਉਹ ਆਪਣੇ ਬਿਜ਼ਨਸ ਦੇ ਵਿੱਚ ਕੀ ਆ ਬਹੁਤ ਸਾਰੀ ਮਨੀ ਕੀ ਆ ਇਨਵੈਸਟ ਕਰੇਗਾ ਔਰ ਨਾਲ ਦੀ ਨਾਲ ਕੀ ਆ ਉਹ ਰਿਸਕ ਫੈਕਟਰ ਨੂੰ ਵੀ ਕੀ ਆ ਇਨਕਲੂਡ ਕਰੇਗਾ ਕਿ ਰਿਸਕ ਫੈਕਟਰ ਵੀ ਹੋ ਸਕਦਾ ਉਹਦੇ ਵਿੱਚ। ਜਿਹੜਾ ਪਰਸਨ ਮਨੀ ਇਨਵੈਸਟ ਕਰ ਰਿਹਾ ਵਾ ਠੀਕ ਹੈ ਆਪਣੇ ਬਿਜ਼ਨਸ ਨੂੰ ਚਲਾਉਣ ਲਈ ਉਹਨੂੰ ਕੀ ਕਹਿੰਦੇ ਆ ਪ੍ਰੋਪਰਾਈਟਰ ਜਾਂ ਫਿਰ ਓਨਰ ਕਹਿੰਦੇ ਆ। The person who takes the initiative to start the business, invest his money or money's worth and bears the risk of business is called proprietor. Okay, next है capital। ਹੁਣ अपना क्वेश्चन ये है कि capital किन्हों कहते हैं। It's the amount invested by the owner into business। ਜਿਹੜਾ ਓਨਰ ਆ ਜਦੋਂ ਉਹ ਆਪਣੇ ਬਿਜ਼ਨਸ ਦੇ ਵਿੱਚ ਕੀ ਆ ਅਮਾਊਂਟ ਇਨਵੈਸਟ ਕਰਦਾ ਵਾ। ਫੋਰ ਐਗਜ਼ਾਮਪਲ ਇੱਕ ਪਰਸਨ ਨੇ ਬਿਜ਼ਨਸ ਸਟਾਰਟ ਕੀਤਾ ਵਾ ਉਹਨੇ ਕੀ ਉਹਦੇ ਵਿੱਚ ਕੈਸ਼ ਜਿਹੜਾ ਲੈ ਕੇ ਆਂਦਾ 50,000 ਦਾ ਔਰ ਨਾਲ ਹੀ ਉਹਨੇ ਕੀ ਆ ਫਰਨੀਚਰ ਨੂੰ ਇੰਟਰੋਡਿਊਸ ਕੀਤਾ ਵਾ 10,000 ਦਾ। ਇਟ ਮੀਨ ਜਿਹੜੀ ਇੱਕ ਟੋਟਲ ਮਨੀ ਹੋ ਗਈ ਅਮਾਊਂਟ ਹੋ ਗਈ 60,000 ਦੀ ਉਹ ਕੀ ਹੋ ਗਈ ਉਸ ਬਿਜ਼ਨਸ ਵਿੱਚ ਉਹਨੂੰ ਕੀ ਕਿਹਾ ਜਾਂਦਾ ਕੈਪੀਟਲ ਕਿਹਾ ਜਾਂਦਾ ਵਾ। ਜਦ ਕੋਈ ਵੀ ਅਮਾਊਂਟ ਨੂੰ ਆਪਾਂ ਇਨਵੈਸਟ ਕਰਦੇ ਹਾਂ ਆਪਣੇ ਬਿਜ਼ਨਸ ਦੇ ਵਿੱਚ ਉਹਨੂੰ ਕੈਪੀਟਲ कहते हैं ठीक है। ओके डियर स्टूडेंट, थर्ड टर्म हैगी ड्राइंग्स। इट्स अ अमाउंट और बेनिफिट विदड्रॉन बाय द ओनर फ्रॉम द बिजनेस फॉर पर्सनल यूज। ਹੁਣ ਇੱਕ ਪਰਸਨ ਨੇ ਜਿਹਨੇ ਆਪਣਾ ਬਿਜ਼ਨਸ ਸਟਾਰਟ ਕੀਤਾ ਸੀ ਉਹਨੇ ਕੈਪੀਟਲ 60,000 ਦੀ ਲਗਾਤੀ ਵਿੱਚ ਠੀਕ ਹੈ ਇਨਵੈਸਟ ਕਰ ਦਿੱਤੀ ਹੋਈ ਆ। ਫਿਰ ਉਹਨੂੰ ਕੀ ਆ ਕੁਛ ਟਾਈਮ ਬਾਅਦ 3,000 ਉਹਨੇ ਕਿ ਕਢਵਾ ਲਏ ਉਹਦੇ ਵਿੱਚੋਂ ਮਤਲਬ ਆਪਣੇ ਪਰਸਨਲ ਯੂਜ਼ ਲਈ ਉਹਨੂੰ ਚਾਹੀਦੀ ਸੀ 3,000 ਤਾਂ ਉਸ 3,000 ਨੂੰ ਕੀ ਕਿਹਾ ਜਾਊਗਾ ਡਰਾਇੰਗਸ ਜਿਹੜੀਆਂ ਉਹਨੇ ਆਪਣੇ ਪਰਸਨਲ ਯੂਜ਼ ਲਈ ਕੀ ਆ ਯੂਜ਼ ਕੀਤੇ ਆ 3,000। ਇਹਦੇ ਨਾਲ ਕੀ ਹੋਊਗਾ ਕਿ ਕੈਪੀਟਲ ਜਿਹੜੀ ਬਿਜ਼ਨਸ ਦੀ ਵੀ ਆ ਉਹ ਰਿਡਿਊਸ ਹੋ ਜਾਊਗੀ ਮਤਲਬ ਘਟ ਜਾਊਗੀ ਉਹ। ਓਕੇ ਫੋਰਥ ਟਰਮ ਹੈਗੀ ਡੈਟਰ। ਹੁਣ ਇਹਦੇ ਵਿੱਚ ਬੀ ਆਪਾਂ ਸਾਇਲੈਂਟ ਰੱਖਣੀ ਆ ਡੈਬਿਟਰ ਨਹੀਂ ਕਹਿਣਾ ਡੈਟਰ ਕਵਾਂਗੇ। ਹੁਣ ਇੱਕ ਬਿਜ਼ਨਸ ਦੇ ਵਿੱਚ ਕੀ ਆ ਡੈਟਰ ਕੌਣ ਹੁੰਦੇ ਆਪਾਂ ਰੀਡ ਕਰਦੇ ਆ ਦ ਪਰਸਨ ਫਰੋਮ ਹੂਮ ਅਮਾਊਂਟਸ ਆਰ ਡਿਊ for goods sold or services rendered is called debtor। For example एक person ने बिजनेस स्टार्ट कर लिया ठीक है SRK person ठीक है ਉਹਨੇ ਕੀ ਕੁਛ ਗੁੱਡਸ ਜਿਹੜੀਆਂ ਸੇਲ ਕੀਤੀਆਂ 10,000 ਦੀਆਂ ਅਨਦਰ ਪਰਸਨ ਨੂੰ ਜਿਹਦਾ ਨਾਮ ਕੀ ਆ ਰੈਡੀ। ਪਰ ਉਸ ਟਾਈਮ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਇਹ ਕੰਟਰੈਕਟ ਹੋਇਆ ਕਿ ਜਿਹੜੀ ਪੇਮੈਂਟ ਰੈਡੀ ਕਰੂਗਾ ਨਾ ਉਹਨੇ ਕਿਹਾ ਕਿ ਮੈਂ ਆਫਟਰ 3 ਮੰਥ ਪੇ ਕਰਨੀ ਆ 3 ਮੰਥ ਤੋਂ ਬਾਅਦ ਪੇ ਕਰੂਗਾ 10,000। ਉਸ ਟਾਈਮ ਤੇ ਉਹਨੇ 10,000 ਨਹੀਂ ਦਿੱਤਾ ਤਾਂ ਇਸ SRK ਨਾਮ ਦੇ ਬਿਜ਼ਨਸ ਦੇ ਵਿੱਚ ਕੀ ਆ ਜਿਹੜਾ ਰੈਡੀ ਨਾਮ ਦਾ ਪਰਸਨ ਉਹ ਕੀ ਹੋ ਗਿਆ ਡੈਟਰ ਹੋ ਗਿਆ ਕਿਉਂਕਿ ਹਜੇ ਉਹਨੇ ਕੀ ਆ ਪੇਮੈਂਟ ਕਰਨੀ ਆ। ਤਾਂ ਇਸ ਬਿਜ਼ਨਸ ਦੇ ਵਿੱਚ ਜਦੋਂ ਆਪਣੀ ਬੈਲੈਂਸ ਸ਼ੀਟ ਰੈਡੀ ਹੋਊਗੀ ਨਾ ਇਸ ਬਿਜ਼ਨਸ ਦੀ ਤਾਂ ਕਰੰਟ ਐਸੈਟ ਦੇ ਅੰਡਰ ਕੀ ਹੈ ਡੈਟਰ ਕੀ ਆਪਾਂ ਸ਼ੋ ਕਰਾਂਗੇ ਠੀਕ ਹੈ। ਤਾਂ ਇਹ ਜਿਹੜੀ ਤੁਹਾਨੂੰ ਬੈਲੈਂਸ ਸ਼ੀਟ ਕਰੰਟ ਐਸੈਟ ਇਹ ਤੁਹਾਨੂੰ ਕੀ ਹੈ ਪੂਰੀ ਡਿਟੇਲ ਨੈਕਸਟ ਮੈਂ ਦੇਵਾਂਗੀ। ਤਾਂ ਹੁਣ ਆਪਣਾ ਇੱਥੇ ਪੁਆਇੰਟ ਇਹ ਹੈ ਕਿ ਡੈਟਰ ਕੌਣ ਹੈ ਇਹ ਬਿਜ਼ਨਸ ਦੇ ਵਿੱਚ ਇਹ ਰੈਡੀ ਨਾਮ ਦਾ ਪਰਸਨ ਕੀ ਆ ਡੈਟਰ ਆ। ਫਿਫਥ ਟਰਮ ਹੈਗੀ ਕ੍ਰੈਡੀਟਰ। ਦ ਪਰਸਨ ਟੂ ਹੂਮ ਅਮਾਊਂਟ ਇਜ਼ ਓਡ ਬਾਈ ਦ ਇੰਟਰਪ੍ਰਾਈਜ਼ ਔਨ ਅਕਾਊਂਟ ਆਫ ਗੁੱਡਸ ਪਰਚੇਸਡ ਔਰ ਸਰਵਿਸਿਜ਼ ਰੈਂਡਰਡ ਇਜ਼ ਕਾਲਡ ਕ੍ਰੈਡੀਟਰ। ਹੁਣ ਜਿਹੜਾ ਬਿਜ਼ਨਸ ਹੈਗਾ ਵਾ SRK ਵਾਲਾ ਪਰਸਨ ਜਿਹ 'ਚ ਹੈਗਾ ਸੀਗਾ ਠੀਕ ਹੈ ਉਸ ਨੇ ਕੀ ਆ ਗੁੱਡਸ ਪਰਚੇਸ ਕੀਤੀਆਂ ਰੈਡੀ ਤੋਂ ਠੀਕ ਹੈ ਅਨਦਰ ਪਰਸਨ ਤੋਂ ਗੁੱਡਸ ਪਰਚੇਸ ਮਤਲਬ ਖਰੀਦੀਆਂ ਵਾ ਪਰ ਉਹਨੇ ਉਹਦੀ ਪੇਮੈਂਟ ਜਿਹੜੀ ਹੈਗੀ 10,000 ਕੀ ਆ ਆਫਟਰ 3 ਮੰਥ ਕਰਨੀ ਆ। ਤਾਂ ਹੁਣ
SRK ਜਿਹੜਾ ਹੈਗਾ ਵਾ ਉਹਦੇ ਬਿਜ਼ਨਸ ਦੇ ਵਿੱਚ ਰੈਡੀ ਕੀ ਆ, ਕ੍ਰੈਡੀਟਰ ਆ। ਠੀਕ ਹੈ, ਆਪਾਂ ਕੀ ਬਣ ਜਾਾਂਗੇ ਉਸ ਬਿਜ਼ਨਸ ਦੇ, ਰੈਡੀ ਦੇ ਬਿਜ਼ਨਸ ਦੇ ਵਿੱਚ ਆਪਾਂ ਡੈਟਰ ਬਣ ਜਾਾਂਗੇ, ਪਰ ਆਪਣੇ ਬਿਜ਼ਨਸ ਦੇ ਵਿੱਚ ਜਿਹੜਾ ਰੈਡੀ ਆ ਉਹ ਕੀ ਆ, ਕ੍ਰੈਡੀਟਰ ਬਣ ਜੂਗਾ। ਕਿਉਂ? ਕਿਉਂਕਿ ਆਪਾਂ ਹਜੇ 10,000 ਉਹਨੂੰ ਪੇ ਕਰਨਾ ਆਫਟਰ 3 ਮੰਥ ਕਰਨਾ। ਹੁਣ ਜਿਹੜੇ ਕ੍ਰੈਡੀਟਰ ਹੈਗੇ ਆ ਉਹ ਕਰੰਟ ਲਾਇਬਿਲਿਟੀ ਦੇ ਅੰਡਰ ਆਪਾਂ ਸ਼ੋ ਕਰਦੇ ਆ ਜਦੋਂ ਬੈਲੈਂਸ ਸ਼ੀਟ ਨੂੰ ਬਣਾਉਂਦੇ ਆ। ਠੀਕ ਹੈ, ਕਿਉਂਕਿ ਇਹ ਆਪਣੀ ਕੀ ਹਜੇ ਲਾਇਬਿਲਿਟੀ ਹੁੰਦਾ ਵਾ, ਇੱਕ ਬਰਡਨ ਮਤਲਬ ਬੋਝ ਹੁੰਦਾ ਵਾ, ਹਜੇ ਆਪਾਂ ਕੀ 10,000 ਕੀ ਪੇ ਕਰਨਾ ਵਾ, ਤਾਂ ਆਪਾਂ ਕਰੰਟ ਲਾਇਬਿਲਿਟੀ ਦੇ ਅੰਡਰ ਕਿਹਨੂੰ ਸ਼ੋ ਕਰ ਦਾਂਗੇ। ਕਰੰਟ ਲਾਇਬਿਲਿਟੀ ਦੇ ਅੰਡਰ ਕ੍ਰੈਡੀਟਰ ਨੂੰ ਕਿਉਂ ਸ਼ੋ ਕਰਦੇ ਪਏ ਆ? ਕਿਉਂਕਿ ਜਿਹੜੀ ਆਪਾਂ ਪੇਮੈਂਟ ਕਰਨੀ ਆ ਉਹ ਜਿਹੜੀ 3 ਮੰਥ ਬਾਅਦ ਕਰ ਦੇਣੀ ਆ, ਪੂਰਾ 1 ਈਅਰ ਵੀ ਨਹੀਂ ਹੋਇਆ। ਠੀਕ ਹੈ, ਆਪਾਂ 1 ਈਅਰ ਦੇ ਅੰਦਰ ਅੰਦਰ ਪੇ ਕਰ ਦਾਂਗੇ, ਇਸ ਕਰਕੇ ਉਹ ਕਰੰਟ ਲਾਇਬਿਲਿਟੀ ਦੇ ਅੰਡਰ ਸ਼ੋ ਕਰਦੇ ਆ ਕ੍ਰੈਡੀਟਰ ਨੂੰ। ਠੀਕ ਹੈ, ਹੁਣ ਕ੍ਰੈਡੀਟਰ ਤੁਹਾਨੂੰ ਮੈਂ ਦੱਸ ਦਿੱਤਾ, ਇੱਕ ਵਾਰ ਫਿਰ ਦੱਸ ਦਿੰਦੀ ਆ ਕਿ ਆਪ ਅੰਦਰ ਅੰਦਰ ਪੇ ਕਰ ਦਾਂਗੇ, ਇਸ ਕਰਕੇ ਉਹ ਕਰੰਟ ਲਾਇਬਿਲਿਟੀ ਦੇ ਅੰਡਰ ਸ਼ੋ ਕਰਦੇ ਆ ਕ੍ਰੈਡੀਟਰ ਨੂੰ। ਠੀਕ ਹੈ, ਹੁਣ ਕ੍ਰੈਡੀਟਰ ਤੁਹਾਨੂੰ ਮੈਂ ਦੱਸ ਦਿੱਤਾ, ਇੱਕ ਵਾਰ ਫਿਰ ਦੱਸ ਦਿੰਦੀ ਆ ਕਿ ਆਪਾਂ ਕੀ ਆ ਆਪਣੇ ਬਿਜ਼ਨਸ ਦੇ ਵਿੱਚ ਜਿਹੜਾ ਕ੍ਰੈਡੀਟਰ ਆ ਉਹ ਕੌਣ ਹੋਏਗਾ, ਅਨਦਰ ਪਰਸਨ, ਜਿਸ ਤੋਂ ਆਪਾਂ ਗੁੱਡਸ ਜਿਹੜੀਆਂ ਪਰਚੇਸ ਕੀਤੀਆਂ ਵਾ। ਠੀਕ ਹੈ, ਪਰ ਉਹਨਾਂ ਦੀ ਪੇਮੈਂਟ ਆਪਾਂ ਕੀ ਆ 10,000 ਦੀ ਆ ਆਫਟਰ 3 ਮੰਥ ਕਰ। ਹੁਣ 6 ਟਰਮ ਹੈਗੀ ਆ ਲਾਇਬਿਲਿਟੀਜ਼। ਲਾਇਬਿਲਿਟੀਜ਼ ਕੀ ਹੁੰਦੀਆਂ ਵਾ? ਇੱਕ ਬਿਜ਼ਨਸ ਦੇ ਲਈ ਬਰਡਨ ਹੁੰਦਾ, ਬੋਝ ਹੁੰਦਾ ਵਾ। ਲਾਇਬਿਲਿਟੀਜ਼ 2 ਟਾਈਪ ਦੀਆਂ ਹੁੰਦੀਆਂ, ਨਾਨ ਕਰੰਟ ਲਾਇਬਿਲਿਟੀ ਔਰ ਕਰੰਟ ਲਾਇਬਿਲਿਟੀ। ਨਾਨ ਕਰੰਟ ਲਾਇਬਿਲਿਟੀਜ਼ ਕਿਹੜੀਆਂ ਹੁੰਦੀਆਂ ਵਾ? ਨਾਨ ਕਰੰਟ ਲਾਇਬਿਲਿਟੀਜ਼ ਦੇ ਅੰਡਰ ਕੀ ਹੁੰਦਾ ਵਾ ਕਿ ਜਦ ਕੋਈ ਬਿਜ਼ਨਸ ਦੇ ਵਿੱਚ ਟ੍ਰਾਂਜੈਕਸ਼ਨ ਹੁੰਦੀ ਆ ਤਾਂ ਉਹਨਾਂ ਦੀ ਜਿਹੜੀ ਰੀਪੇਮੈਂਟ ਹੈਗੀ ਆ, ਠੀਕ ਹੈ, ਉਹਨਾਂ ਲਈ ਇੱਕ ਟਾਈਮ ਪੀਰੀਅਡ ਫਿਕਸਡ ਹੁੰਦਾ ਵਾ, ਜਿਹੜਾ ਕਿ ਟਾਈਮ ਪੀਰੀਅਡ ਕੀ ਇੱਕ ਲੌਂਗ ਟਾਈਮ ਪੀਰੀਅਡ ਹੋ ਸਕਦਾ ਵਾ, ਆਫਟਰ 1 ਈਅਰ ਵੀ ਹੋ ਸਕਦਾ ਜਾਂ ਆਫਟਰ 5 ਈਅਰ ਆਪਾਂ ਪੇਮੈਂਟ ਕਰਨੀ ਹੁੰਦੀ ਆ। ਫੋਰ ਐਗਜ਼ਾਮਪਲ ਇਹਦੇ ਵਿੱਚ ਲੋਨ ਹੈਗਾ, ਹੁਣ ਬੈਂਕ ਵਾਲਿਆਂ ਤੋਂ ਕੀ ਆ ਬਿਜ਼ਨਸ ਨੇ ਲੋਨ ਲਿਆ ਵਾ ਤੇ ਜਿਹਦੀ ਪੇਮੈਂਟ ਜਿਹੜੀ ਹੈਗੀ ਰੀਪੇ ਕਰਨਾ ਵਾ ਉਹ ਕਦੋਂ ਕਰਨਾ ਆਪਾਂ, ਆਫਟਰ 1 ਈਅਰ ਜਾਂ ਫਿਰ 5 ਈਅਰ। ਤਾਂ ਇਹ ਕੀ ਹੈ, ਇੱਕ ਨਾਨ ਕਰੰਟ ਲਾਇਬਿਲਿਟੀ ਆ। ਠੀਕ ਹੈ, ਕਿਉਂਕਿ ਇਹ ਲੌਂਗ ਪੀਰੀਅਡ ਇਹਦੇ ਵਿੱਚ ਟਾਈਮ ਪੀਰੀਅਡ ਫਿਕਸ ਕੀਤਾ ਗਿਆ ਵਾ। ਹੁਣ ਜਿਹੜੀ ਇਹਦੀ ਨੈਕਸਟ ਟਾਈਪ ਹੈਗੀ ਆ ਕਰੰਟ ਲਾਇਬਿਲਿਟੀ। ਕਰੰਟ ਲਾਇਬਿਲਿਟੀ ਦੇ ਵਿੱਚ ਕਿਹੜੀਆਂ ਟ੍ਰਾਂਜੈਕਸ਼ਨਸ ਹੁੰਦੀਆਂ ਵਾ? ਜਦੋਂ ਆਪਾਂ ਕੀ ਆ ਪੇਮੈਂਟ ਜਿਹੜੀ ਆ ਵਿਦਨ ਮੰਥ ਕਰਨੀ ਹੁੰਦੀ ਆ। ਜਿੱਦਾਂ ਹੁਣ ਕ੍ਰੈਡੀਟਰ ਆ, ਹੁਣ ਮੈਂ ਤੁਹਾਨੂੰ ਕ੍ਰੈਡੀਟਰ ਵਾਲੇ ਪੁਆਇੰਟ ਵਿੱਚ ਸਮਝਾਇਆ ਸੀਗਾ ਕਿ ਆਪਾਂ ਕੁਝ ਗੁੱਡਸ ਜਿਹੜੀਆਂ ਵਾ ਉਹ ਪਰਚੇਸ ਕੀਤੀਆਂ, ਬਟ ਉਹਨਾਂ ਦੀ ਪੇਮੈਂਟ ਜਿਹੜੀ ਹੈਗੀ ਆ ਵਾ ਆਪਾਂ ਆਫਟਰ 3 ਮੰਥ ਕਰਨੀ ਆ, ਤਾਂ ਉਹ ਕੀ ਹੈ ਕਰੰਟ ਲਾਇਬਿਲਿਟੀ ਦੇ ਅੰਡਰ ਆ ਜਾਏਗਾ, ਕਿਉਂਕਿ ਜਿਹੜਾ ਇਹਦਾ ਟਾਈਮ ਪੀਰੀਅਡ ਆ ਬਹੁਤ ਸ਼ਾਰਟ ਆ। ਠੀਕ ਹੈ, ਜਦੋਂ ਆਪਾਂ ਕੋਈ ਵੀ ਰਿਕਾਰਡ ਕਰਨਾ ਲਾਇਬਿਲਿਟੀ ਦੇ, ਉਹਦੀ ਟਾਈਮ ਪੀਰੀਅਡ ਲੌਂਗ ਟਾਈਮ ਪੀਰੀਅਡ ਆ, ਤਾਂ ਆਪਾਂ ਨਾਨ ਕਰੰਟ ਲਾਇਬਿਲਿਟੀ ਦੇ ਅੰਡਰ ਉਹਨੂੰ ਐਡ ਕਰਾਂਗੇ। ਅਗਰ ਜੇਕਰ ਆਪਾਂ ਕੋਈ ਵੀ ਰਿਕਾਰਡ ਕਰਨਾ ਲਾਇਬਿਲਿਟੀ ਦੇ, ਉਹਦੀ ਟਾਈਮ ਪੀਰੀਅਡ ਲੌਂਗ ਟਾਈਮ ਪੀਰੀਅਡ ਆ, ਤਾਂ ਆਪਾਂ ਨਾਨ ਕਰੰਟ ਲਾਇਬਿਲਿਟੀ ਦੇ ਅੰਡਰ ਉਹਨੂੰ ਐਡ ਕਰਾਂਗੇ। ਅਗਰ ਜੇਕਰ ਸ਼ਾਰਟ ਟਾਈਮ ਪੀਰੀਅਡ ਆ ਤਾਂ ਕਰੰਟ ਲਾਇਬਿਲਿਟੀ ਦੇ ਅੰਡਰ ਕੀ ਉਹਨੂੰ ਰਿਕਾਰਡ ਕਰਾਂਗੇ। ਠੀਕ ਹੈ, ਹੁਣ ਨੈਕਸਟ ਹੈਗਾ ਵਾ 7 ਟਰਮ ਐਸੈਟਸ। ਠੀਕ ਹੈ, ਐਸੈਟਸ ਕਿਹਨੂੰ ਕਹਿੰਦੇ ਆ? ਇਕਨੋਮਿਕ ਰਿਸੋਰਸਿਸ ਆਫ ਬਿਜ਼ਨਸ। ਠੀਕ ਹੈ, ਐਸੈਟਸ ਕੀ ਆ? ਇਕਨੋਮਿਕ ਰਿਸੋਰਸਿਸ ਆਫ ਬਿਜ਼ਨਸ। ਇਹਦੀਆਂ ਕੈਟੇਗਰੀਜ਼ ਕਿਹੜੀਆਂ ਹੈਗੀਆਂ? ਫਿਕਸ ਐਸੈਟਸ, ਕਰੰਟ ਐਸੈਟਸ, ਫਿਕਟੀਸ਼ੀਅਸ ਐਸੈਟਸ। ਫਿਕਟੀਸ਼ੀਅਸ ਐਸੈਟਸ ਨੂੰ ਆਪਾਂ ਬਾਅਦ ਵਿੱਚ ਰੀਡ ਕਰਾਂਗੇ। ਫਸਟ ਕੀ ਹੈ? ਫਿਕਸ ਐਸੈਟਸ, ਜਿਨ੍ਹਾਂ ਦੀ ਆਪਾਂ ਕੀ ਆ ਰੀਸੇਲ ਨਹੀਂ ਕਰਦੇਗੇ ਫॉर ਲੌਂਗ ਟਰਮ ਦੇ ਲਈ, ਜਿੱਦਾਂ ਲੈਂਡ ਔਰ ਬਿਲਡਿੰਗ। ਹੁਣ ਲੈਂਡ ਜਦੋਂ ਆਪਾਂ ਬਿਜ਼ਨਸ ਨੂੰ ਸਟਾਰਟ ਕਰਦੇ ਹਾਂ ਤਾਂ ਆਪਾਂ ਨੂੰ ਲੈਂਡ ਦੀ ਜ਼ਰੂਰਤ ਵੀ ਹੈਗੀ ਆ ਔਰ ਬਿਲਡਿੰਗ ਦੀ ਜ਼ਰੂਰਤ ਵੀ ਹੈਗੀ ਆ। ਠੀਕ ਹੈ, ਇਹਨਾਂ ਨੂੰ ਆਪਾਂ ਰੀਸੇਲ ਕਿਉਂ ਨਹੀਂ ਕਰਦੇ ਲੌਂਗ ਟਰਮ ਲਈ? ਕਿਉਂਕਿ ਆਪਾਂ ਆਪਣੇ ਖੁਦ ਨੇ ਬਿਜ਼ਨਸ ਕਰਨਾ ਉੱਤੇ। ਠੀਕ ਹੈ, ਤਾਂ ਉੱਥੋਂ ਹੀ ਆਪਾਂ ਪ੍ਰੋਫਿਟ ਲਵਾਂਗੇ, ਸਮਟਾਈਮ ਰਿਸਕ ਵੀ ਬੇਅਰ ਹੁੰਦਾ ਵਾ। ਹੁਣ ਫਿਕਸ ਐਸੈਟ ਦੀਆਂ ਫਰਦਰ ਕੈਟੇਗਰੀਜ਼ ਵੀ ਹੈਗੀਆਂ ਵਾ, ਟੈਂਜੀਬਲ ਫਿਕਸ ਐਸੈਟ ਔਰ ਇਨਟੈਂਜੀਬਲ। ਟੈਂਜੀਬਲ ਫਿਕਸ ਐਸੈਟਸ ਕੀ ਹੁੰਦੇ? ਜਿਨ੍ਹਾਂ ਨੂੰ ਆਪਾਂ ਟੱਚ ਕਰ ਸਕਦੇ ਹਾਂ। ਹੁਣ ਫੋਰ ਐਗਜ਼ਾਮਪਲ ਆਪਣੇ ਬਿਜ਼ਨਸ ਦੇ ਵਿੱਚ ਕੀ ਹੈ ਮਸ਼ੀਨਰੀ ਦੀ ਵੀ ਜ਼ਰੂਰਤ ਹੈਗੀ ਆ, ਔਰ ਸਮ ਟਾਈਮ ਬਿਜ਼ਨਸ ਇੱਦਾਂ ਦਾ ਕਿ ਆਪਾਂ ਨੂੰ ਕੰਪਿਊਟਰ ਦੀ ਵੀ ਲੋੜ ਪਏਗੀ। ਹੁਣ ਇਹ ਕੀ ਹੈ? ਟੈਂਜੀਬਲ ਆ, ਕਿਉਂਕਿ ਆਪਾਂ ਇਹਨਾਂ ਨੂੰ ਟੱਚ ਕਰ ਸਕਦੇ ਹਾਂ। ਹੁਣ ਇਹ ਆਪਣੇ ਲੌਂਗ ਟਰਮ ਦੇ ਲਈ ਆ ਮਸ਼ੀਨਰੀ ਔਰ ਕੰਪਿਊਟਰ, ਕਿਉਂਕਿ ਆਪਾਂ ਇਹਨਾਂ ਨੂੰ ਕੀ ਆ ਰੀਸੇਲ ਨਹੀਂ ਕਰਾਂਗੇ ਜਲਦੀ। ਹੁਣ ਨੈਕਸਟ ਫਿਕਸ ਐਸੈਟ ਦੇ ਅੰਦਰ ਆਉਂਦਾ ਇਨਟੈਂਜੀਬਲ, ਜਿਹਨੂੰ ਆਪਾਂ ਸ਼ੋ ਨਹੀਂ ਸਕਦੇ। ਠੀਕ ਹੈ, ਇਹਦੇ ਵਿੱਚ ਬਹੁਤ ਸਾਰੀਆਂ ਆਈਟਮ ਰਿਕਾਰਡ ਹੁੰਦੀਆਂ, ਬਟ ਮੈਂ ਤੁਹਾਨੂੰ ਜਸਟ 2 ਦੱਸਾਂਗੇ, ਬਾਕੀ ਆਪਾਂ ਫਰਦਰ ਜਿਹੜੀ ਸਟੱਡੀ ਕਰਾਂਗੇ। ਇਨਟੈਂਜੀਬਲ ਦੇ ਅੰਡਰ ਆਉਂਦੇ ਗੁੱਡਵਿਲ ਔਰ ਪੇਟੈਂਟ। ਗੁੱਡਵਿਲ ਮਤਲਬ ਹੁੰਦਾ ਕਿ ਆਪਣੇ ਬਿਜ਼ਨਸ ਨੇ ਕਿੰਨਾ ਕੁ ਮਾਰਕੀਟ ਦੇ ਵਿੱਚ ਨਾਮ ਕਮਾ ਲਿਆ ਹੋਇਆ ਵਾ, ਔਰ ਪੇਟੈਂਟ ਮੀਨਸ ਅਫੀਸ਼ੀਅਲ ਰਾਈਟ। ਠੀਕ ਹੈ, ਹੁੰਦਾ ਵਾ ਜਿੱਦਾਂ ਕਿ ਹਰੇਕ ਬਿਜ਼ਨਸ ਦਾ ਆਪਣਾ ਆਪਣਾ ਇੱਕ ਬ੍ਰਾਂਡ ਹੁੰਦਾ, ਟ੍ਰੇਡਮਾਰਕ ਹੁੰਦਾ ਵਾ। ਠੀਕ ਹੈ, ਉਹ ਸਾਰੇ ਕੀ ਹੈ ਇਨਟੈਂਜੀਬਲ ਦੇ ਅੰਡਰ ਆ ਜਾਂਦੇ ਆ।
ਹੁਣ ਐਸੈਟਸ ਦੇ ਵਿੱਚ ਇੱਕ ਤਾਂ ਫਿਕਸ ਐਸੈਟਸ ਹੋ ਗਏ, ਇੱਕ ਹੋ ਗਏ ਕਰੰਟ ਐਸੈਟਸ, ਜਿਨ੍ਹਾਂ ਨੂੰ ਆਪਾਂ ਕਨਵਰਟ ਕਰ ਸਕਦੇ ਹਾਂ ਈਜ਼ਲੀ ਇਨਟੂ ਕੈਸ਼, ਜਿਨ੍ਹਾਂ ਨੂੰ ਕਿ ਆਪਾਂ ਟਾਈਮ ਟੂ ਟਾਈਮ ਸੇਲ ਵੀ ਕਰ ਸਕਦੇ ਹਾਂ ਗੁੱਡਸ ਨੂੰ, ਠੀਕ ਹੈ। ਉਹਨਾਂ ਨੂੰ ਕੀ ਕਹਿ ਸਕਦੇ ਹਾਂ ਆਪਾਂ, ਕਰੰਟ ਐਸੈਟ। ਹੁਣ ਜਿਹੜੀ ਥਰਡ ਜਿਹੜੀ ਇਹਦੇ ਵਿੱਚ ਟਾਈਪ ਹੈਗੀ ਫਿਕਟੀਸ਼ੀਅਸ ਐਸੈਟ, ਉਹਨਾਂ ਨੂੰ ਆਪਾਂ ਕਨਵਰਟ ਨਹੀਂ ਕਰ ਸਕਦੇ ਹੁੰਦੇ ਕੈਸ਼ ਦੇ ਵਿੱਚ। ਇਹਦੀ ਜਿਹੜੀ ਸਟੱਡੀ ਹੈਗੀ ਆ ਨਾ ਆਪਾਂ ਹਜੇ ਲਾਸਟ 'ਤੇ ਕਰਾਂਗੇ ਜਦੋਂ ਆਪਾਂ ਬੈਲੈਂਸ ਸ਼ੀਟ ਕਰਨੀ ਹੈ, ਠੀਕ ਹੈ। ਹੁਣ ਨੈਕਸਟ ਹੈਗਾ ਵਾ 8th ਪੁਆਇੰਟ। ਹੁਣ 8th ਟਰਮ ਹੈਗੀ ਜਿਹੜੀ ਪਰਚੇਜ਼ਿਸ। ਹੁਣ ਇਸ ਦੇ ਨਾਮ ਤੋਂ ਹੀ ਕਲੀਅਰ ਹੋ ਰਿਹਾ ਵਾ ਪਰਚੇਜ਼ਿਸ ਦਾ ਮਤਲਬ ਕੀ ਹੁੰਦਾ ਵਾ, ਖਰੀਦਣਾ, ठीक है। द परचेज ऑफ रॉ मटीरियल फॉर प्रोडक्शन और परचेज ऑफ फिनिश गुड्स फॉर सेल इज़ कॉल्ड एज परचेज, ठीक है। जब कोई भी आप बिजनेस के विच की प्रोडक्शन करनी आ, ठीक है, किसी चीज़ की, तो आप की है रॉ मटीरियल खरीदते हैं, कच्चा माल, ठीक है। समटाइम आप की है फिनिश गुड्स भी परचेज करते हैं फर्दर सेल लिए, ठीक है, उन्होंने परचेज कहते हैं। परचेज रिटर्न की होंगी है, मतलब वापस करना जो आप खरीदी हुई चीज़ आ। अजकल ऑनलाइन शॉपिंग बहुत चली है, ठीक है, आप सब की है ऑनलाइन ऑर्डर भी करते हैं। सम टाइम की आ जी परचेज हैगी आप खरीदी हुई चीज़ आ अपने जोड़े आ अकॉर्डिंग नहीं आई, सम टाइम वो कलर जोड़ा आप येलो, सम टाइम की आ जी परचेज हैगी आप खरीदी हुई चीज़ आ अपने जोड़े आ अकॉर्डिंग नहीं आई, सम टाइम वो कलर जोड़ा आप येलो कलर सिलैक्ट किया, हो सकता कि उत्ते उन्होंने कलर चेंज करके अपन दे दिता, या डिफेक्टिव भी हो सकते गुड्स, तो उस टाइम के विच की आपां रिटर्न कर देंगे क्योंकि उत्ते रिटर्न पॉलिसी भी होंगी आ। तो जो आप नैट परचेजिज निकालनी आ ना, तो वो किवें निकालांगे, अपनी जिन्नी टोटल परचेज हैगी आ उहदे विचों परचेज रिटर्न करके अपनी नैट परचेज आ जाएगी, ठीक है। नैक्सट 9th टर्म हैगी सेल्स। फॉर द सेल ऑफ फिनिश गुड द टर्म सेल इज़ यूज्ड। जो आप बिजनेस के विच की आ गुड्स नूं बेचते हैं, ठीक है, उहदे वंडे कि आपां नूं की है कैश भी मिलता वा, ठीक है। समटाइम क्रैडिट ते भी आप आफ्टर 3 मंथ भी लै सकते हैं, ठीक है, वो कैश नूं। तो समटाइम की हुंदा वा कि सेल रिटर्न, मतलब इत्ते अपने कोल भी वापस आ सकती चीज़। कई बार की हुंदा वा कि गुड्स जिहड़ियां वा एक्सैसिव ज़्यादा चलियां जांदियां जां फिर डिफेक्टिव हुंदियां, तां ओह की आपां नूं वापस कर दिंदे आ। तां इहदे विच आपां जो नैट सेल निकालनी आ, सेल्स दे विचों सेल रिटर्न जिहड़ी आ माइनस कर देनी आ, ठीक है। हुण 9 नैक्सट टर्म हैगी एक्सपेंडिचर। एक्सपेंडिचर इज द अमाउंट स्पेंट और लाइबिलिटी इनकर्ड फॉर द वैल्यू रिसीव्ड। एक्सपेंडिचर मतलब हुंदा खर्चे। जो आप बिजनेस दे विच की स्टार्ट किया वा तो उस बिजनेस दे विच इनकम के नाल नाल कि आपां नूं खर्चे भी होऊगे, ठीक है। एक्सपेंडिचर 2 टाइप के हुंदे, रैवन्यू एक्सपेंडिचर, कैपिटल एक्सपेंडिचर। रैवन्यू एक्सपेंडिचर का मतलब की हैगा वा कि जब आप एक बिजनेस स्टार्ट किया तो उत्ते अपने कोल वर्कर होगे, तो आप वर्कर नूं की सैलरीज एंड वेजिस भी देवांगे, ठीक है। तो वो जी कॉस्ट हैगी अपने लिए अपने बिजनेस लिए खर्चे है, ठीक है। वो नैक्सट आप बिजनेस नूं आप एक्सपैंड करना वधाना वा, तो वो लिए आपां की है एडवरटाइजिंग भी करनी पऊगी, उहदे ते भी कॉस्ट जी पऊगी, तो वो सारे की है रैवन्यू एक्सपेंडिचर के अंडर आ जाएंगे। और सैकेंड कैटेगरी हैगी कैपिटल एक्सपेंडिचर। जब आप बिजनेस नूं स्टार्ट करांगे तो उत्थे आपां नूं लैंड, बिल्डिंग प्लस होर किसी तरह के खर्चे हो सकते हैं, ठीक है। तो उन्होंने की कहांगे आपां कैपिटल एक्सपेंडिचर कहांगे, ठीक है। नैक्सट लास्ट 11 टर्म हैगी है डिस्काउंट। द रिडक्शन इन द प्राइसिस ऑफ गुड्स अलाउड बाय एन एंटरप्राइज टू इट्स कस्टमर इज कॉल्ड डिस्काउंट। मतलब कि जब एक बिजनेसमैन जिहड़ा हैगा वा अपने कस्टमर नूं गुड्स के जिहड़े प्राइसिस है रियल प्राइस उस तो घटा के गुड्स प्रोवाइड करे, उन्होंने कहते हैं डिस्काउंट, ठीक है। डिस्काउंट 2 टाइप के अंदर, ट्रेड डिस्काउंट और कैश डिस्काउंट। ट्रेड डिस्काउंट की मैं तुहानूं एक एग्जाम्पल दिंदी हाँ। फॉर एग्जाम्पल एक कस्टमर आया बिजनेसमैन कोले, तो उन्हें किया एक शर्ट का प्राइस पूछा, तो जिहड़ा ओनर सी उन्हें दस्सिया कि एक शर्ट का प्राइस 1000 आ, और कस्टमर ने पूछा कि जेकर वो 100 शर्ट लवेगा दैन उन्होंने कॉस्ट कितनी पवेगी। तो जिहड़ा एक बिजनेसमैन हैगा ओनर हैगा वा, तो उन्हें कहा कि जेकर वो 100 शर्ट लेगा वैसे तो उनका रियल प्राइस हैगा 1 लाख, बट वो 5% डिस्काउंट देगा, 5% मीनस 5000 लैस कर देगा, तो उन्होंने कितनियां पैणगियां 95000 दियां,
ਜਿਹੜਾ ਟ੍ਰੇਡ ਡਿਸਕਾਊਂਟ ਹੁੰਦਾ ਵਾ, ਜਦ ਆਪਾਂ ਅਕਾਊਂਟ ਪ੍ਰਪੇਅਰ ਕਰਾਂਗੇ ਤਾਂ ਟ੍ਰੇਡ ਡਿਸਕਾਊਂਟ ਨੂੰ ਕਦੇ ਵੀ ਸ਼ੋ ਨਹੀਂ ਕੀਤਾ ਜਾਂਦਾ ਗਾ। ਹੁਣ ਨੈਕਸਟ ਜਿਹੜੀ ਕੈਟੇਗਰੀ ਹੈਗੀ ਕੈਸ਼ ਡਿਸਕਾਊਂਟ, ਮਤਲਬ ਕੁਇਕ ਪੇਮੈਂਟ। ਇਹਦਾ ਮਤਲਬ ਕੀ ਹੈਗਾ ਵਾ, ਫੋਰ ਐਗਜ਼ਾਮਪਲ ਕਿ ਕਿਸੇ ਨੇ ਗੁਡਸ ਲਈਆਂ ਸੀਗੀਆਂ ਤਾਂ ਉਹਨੇ ਕੀ ਕੀਤਾ, ਬਿਜ਼ਨਸਮੈਨ ਨੂੰ ਆਫਰ ਦਿੱਤੀ ਕਿ ਜੇਕਰ ਉਹ ਉਹਨਾਂ ਦੀ ਪੇਮੈਂਟ ਆਫਟਰ 3 ਮੰਥ ਦੀ ਬਜਾਏ ਜੇਕਰ ਉਹ ਪੇਮੈਂਟ ਜਿਹੜਾ ਟਾਈਮ ਪੀਰੀਅਡ ਤੋਂ ਪਹਿਲਾਂ ਕਰ ਦੇਗਾ ਪੇ, ਉਹਨੇ ਕੀ ਕੀਤਾ, ਬਿਜ਼ਨਸਮੈਨ ਨੂੰ ਆਫਰ ਦਿੱਤੀ ਕਿ ਜੇਕਰ ਉਹ ਉਹਨਾਂ ਦੀ ਪੇਮੈਂਟ ਆਫਟਰ 3 ਮੰਥ ਦੀ ਬਜਾਏ ਜੇਕਰ ਉਹ ਪੇਮੈਂਟ ਜਿਹੜਾ ਟਾਈਮ ਪੀਰੀਅਡ ਤੋਂ ਪਹਿਲਾਂ ਕਰ ਦੇਗਾ ਪੇ, ਤਾਂ ਉਹ ਉਹਨੂੰ ਡਿਸਕਾਊਂਟ ਦੇਵੇਗਾ, ਕੁਇਕ ਪੇਮੈਂਟ ਉੱਤੇ ਉਹਨੂੰ ਡਿਸਕਾਊਂਟ ਮਿਲੇਗਾ, ਤਾਂ ਉਹਨੂੰ ਕੀ ਕਹਿ ਦਿੰਦੇ ਆ, ਕੈਸ਼ ਡਿਸਕਾਊਂਟ। ਠੀਕ ਹੈ, ਇਸੇ ਤਰ੍ਹਾਂ ਤੁਹਾਡੀਆਂ ਇਹ 11 ਟਰਮ ਜਿਹੜੀਆਂ ਕੰਪਲੀਟ ਹੋ ਚੁੱਕੀਆਂ ਵਾ। ਜੇਕਰ ਕਿਸੇ ਨੂੰ ਕੋਈ ਵੀ ਡਾਊਟ ਹੈਗਾ ਵਾ ਉਹ ਮੈਨੂੰ ਪੁੱਛ ਸਕਦਾ ਵਾ। ਠੀਕ ਹੈ, ਤਾਂ ਤੁਸੀਂ ਇਹ ਸਾਰੀਆਂ ਟਰਮਸ ਨੂੰ ਲਰਨ ਕਰੋਗੇ, ਠੀਕ ਹੈ, ਦੇਖੋਗੇ, ਸਮਝੋਗੇ, ਤਾਂ ਉਸ ਤੋਂ ਬਾਅਦ ਆਪਣੇ ਨੋਟਸ ਪ੍ਰਪੇਅਰ ਕਰੋਗੇ। ਥੈਂਕ ਯੂ।